आरपीएस मल्होत्रा जी का रुख करदा आम आदमी पार्टी ਨੂੰ ਅੱਜ ਰਿਪਰੈਜ਼ੈਂਟ ਕਰ ਰਹੇ ਨੇ। ਮਲਹੋਤਰਾ ਸਾਹਿਬ ਵਿਰੋਧ ਕਿਉਂ? ਮੈਂ ਜੋ ਸਟਾਰਟਿੰਗ ਦੇ ਵਿੱਚ ਕਿਹਾ ਸੀ ਕਿ ਜਦੋਂ ਤੁਸੀਂ ਕੋਈ ਕਦਮ ਚੁੱਕਦੇ ਹੋ ਤਾਂ ਪੰਜਾਬ ਦੇ ਵਿੱਚ ਤੁਹਾਡੀਆਂ ਵਿਰੋਧੀ ਪਾਰਟੀਆਂ ਸਵਾਲ ਚੁੱਕਦੀਆਂ ਨੇ, ਤੁਹਾਡਾ ਵਿਰੋਧ ਕਰਦੀਆਂ ਨੇ। ਸੈਂਟਰ ਦੇ ਵਿੱਚ ਜਿਨ੍ਹਾਂ ਦੀ ਸਰਕਾਰ ਹੈ, ਜੇ ਉਹ ਕੋਈ ਕਦਮ ਚੁੱਕਦੇ ਨੇ ਤਾਂ ਫਿਰ ਸਾਰੇ ਵਿਰੋਧ ਉਹਨਾਂ ਦੇ ਵਿੱਚ ਤੁਸੀਂ ਵੀ ਉਹ ਵਿਰੋਧ ਕਰਦੇ ਹੋ। ਇਹ ਇੱਕ ਵਿਰੋਧ ਵਾਲਾ ਕਲਚਰ ਤਾਂ ਨਹੀਂ ਸ਼ੁਰੂ ਹੋ ਗਿਆ ਕਿ ਗਵਰਨਮੈਂਟ ਕਿਸੇ ਦੀ ਵੀ ਹੋਵੇ ਬਸ ਵਿਰੋਧ ਕਰਨਾ ਹੈ, ਆਪੋਜੀਸ਼ਨ 'ਚ ਕੋਈ ਵੀ ਹੋਵੇ ਵਿਰੋਧ ਕਰਨਾ ਹੈ। गौरव जी, मेरे ख्याल ਨਾਲ ਸਭ ਨੂੰ ਯਾਦ ਹੋਏਗਾ ਕਿ ਅੱਜ ਤੋਂ ਕੁਝ ਸਦੀਆਂ ਪਹਿਲਾਂ ਇੰਗਲੈਂਡ ਦੇ ਵਿੱਚ ਇੱਕ ਰੋਬਿਨ ਹੁੱਡ ਨਾਮ ਦਾ ਬੰਦਾ ਹੋਇਆ ਸੀਗਾ, ਜਿਹੜਾ ਅਮੀਰਾਂ ਨੂੰ ਲੁੱਟ ਕੇ ਗਰੀਬਾਂ ਵਿੱਚ ਪੈਸੇ ਵੰਡ ਦਿੰਦਾ ਹੁੰਦਾ ਸੀ। ਅੱਜ ਕੱਲ੍ਹ ਸਾਡੇ ਦੇਸ਼ ਵਿੱਚ ਇੱਕ ਮੋਤਿਨ ਹੁੱਡ ਚੱਲ ਰਿਹਾ, ਪਰ ਇਸ ਦਾ ਤਰੀਕਾ ਬਿਲਕੁਲ ਉਲਟਾ ਹੈ। ਇਹ ਗਰੀਬਾਂ ਤੋਂ, ਆਮ ਲੋਕਾਂ ਤੋਂ ਪੈਸੇ ਲੁੱਟ ਕੇ ਅਮੀਰਾਂ 'ਚ ਵੰਡ ਦਿੰਦਾ। ਮੇਰੀ ਇਸ ਗੱਲ ਦਾ ਭਾਜਪਾ ਦੇ ਕਿਸੇ ਲੀਡਰ ਨਾਲ ਕੋਈ ਲੈਣਾ ਦੇਣਾ ਨਹੀਂ, ਮੈਂ ਤਾਂ ਵੈਸੇ ਹੀ ਸਾਰਿਆਂ ਨਾਲ ਇਹ ਗੱਲ ਸ਼ੇਅਰ ਕਰ ਰਿਹਾ ਸੀਗਾ। ਤੁਸੀਂ ਦੇਖੋ ਕਿ ਅੱਜ ਦੀ ਡੇਟ ਵਿੱਚ ਹਵਾ, ਪਾਣੀ, ਰੋਟੀ, ਕੱਪੜੇ ਤੋਂ ਬਾਅਦ ਬਿਜਲੀ ਇੱਕ ਬੇਸਿਕ ਨੈਸੈਸਿਟੀ ਬਣ ਗਈ ਹੈ। ਇਸ ਤੋਂ ਬਿਨਾਂ ਸਰਵਾਈਵ ਨਹੀਂ ਕੀਤਾ ਜਾ ਸਕਦਾ। ਔਰ ਇਸ ਚੀਜ਼ ਨੂੰ ਦੇਖਦੇ ਹੋਏ ਸਾਡੇ ਜਿਹੜੇ ਕਾਰਪੋਰੇਟ ਘਰਾਣੇ ਨੇ ਇਸ ਮਾਰਕੀਟ, ਦੇਖੋ ਦੁਨੀਆ ਦੀ ਦੂਸਰੀ ਸਭ ਤੋਂ ਵੱਡੀ ਮਾਰਕੀਟ ਹੈਗੀ ਹੈ ਹਿੰਦੁਸਤਾਨ, ਇਸ ਦੇ ਉੱਤੇ ਕਬਜ਼ਾ ਕਰਨਾ ਚਾਹੁੰਦੇ ਨੇ। ਔਰ ਕਾਰਪੋਰੇਟ ਘਰਾਣਿਆਂ ਦੇ ਹੱਥੀਂ ਵਿਕੀ ਹੋਈ ਭਾਜਪਾ ਸਰਕਾਰ ਹੁਣ ਤੱਕ ਅਸੀਂ ਦੇਖਿਆ ਕਿ ਸਾਰੇ ਕੰਮ ਕਾਰਪੋਰੇਟ ਪੱਖੀ ਕਰਦੀ ਆਈ ਹੈ। ਆਮ ਲੋਕਾਂ ਨੂੰ ਸਿਰਫ ਇਹਨਾਂ ਨੇ ਮਿੱਠੀਆਂ ਗੋਲੀਆਂ ਦਿੱਤੀਆਂ ਹੈਗੀਆਂ, ਚਾਹੇ ਤੁਸੀਂ 15 ਲੱਖ ਦੀ ਗੱਲ ਕਰ ਲਓ, ਚਾਹੇ 2 ਕਰੋੜ ਨੌਕਰੀਆਂ ਦੀ ਗੱਲ ਕਰ ਲਓ, ਚਾਹੇ ਕਿਸਾਨਾਂ ਨੂੰ ਦੀ ਆਮਦਨ ਦੁਗਣੀ ਕਰਨ ਦੀ ਗੱਲ ਕਰ ਲਓ। ਇਹਨਾਂ ਨੇ ਕਿਹਾ ਕੁਛ ਹੈ, ਕੀਤਾ ਕੁਛ ਹੈ। ਸੋ ਉਸੇ ਕੜੀ ਵਿੱਚ ਇਹ ਦੇਖ ਲਓ, MSP ਦੀ ਕਮੇਟੀ ਵੀ ਲੈ ਕੇ ਆਏ, ਹੁਣ ਪਹਿਲਾਂ ਖੇਤੀ ਕਾਨੂੰਨ ਲੈ ਕੇ ਆਏ, ਸਾਰੇ ਦੇਸ਼ ਵਿੱਚ ਉਹਦਾ ਵਿਰੋਧ ਹੋਇਆ। ਫਿਰ MSP ਦੀ ਕਮੇਟੀ ਲੈ ਕੇ ਆਏ, ਸਾਰੇ ਦੇਸ਼ ਵਿੱਚ ਉਹਦਾ ਵਿਰੋਧ ਹੋਇਆ। ਹੁਣ ਇਹ ਇਲੈਕਟ੍ਰਿਸਿਟੀ ਅਮੈਂਡਮੈਂਟ ਬਿੱਲ ਲੈ ਆਏ ਹੈਗੇ। ਔਰ ਤੁਸੀਂ ਦੇਖੋ ਕਿ ਇਹ ਇਸ ਤੋਂ ਪਹਿਲਾਂ ਕਹਿੰਦੇ ਰਹੇ ਹੈ ਕਿ ਜਿਹੜੀਆਂ ਮੁਫਤ ਦੀਆਂ ਰਿਓੜੀਆਂ ਦੇਸ਼ ਵਿੱਚ ਵੰਡੀਆਂ ਜਾ ਰਹੀਆਂ, ਮੁਫਤ ਦੀਆਂ ਰਿਓੜੀਆਂ ਤੋਂ ਇਹਨਾਂ ਦਾ ਭਾਵ ਇਹ ਹੈ ਕਿ ਜਿਹੜੀਆਂ ਕੋਈ ਲੋਕ ਹਿਤੈਸ਼ੀ ਸਰਕਾਰਾਂ ਲੋਕਾਂ ਨੂੰ ਕੁਝ ਮਦਦ ਦੇ ਰਹੀਆਂ ਹੈਗੀਆਂ, ਕਿਉਂਕਿ ਲੋਕਾਂ ਦੇ ਹੀ ਟੈਕਸਾਂ ਦਾ ਪੈਸਾ ਹੈ, ਚਾਹੇ ਤੇਲ ਹੋਏ, ਸਾਬਣ ਹੋਏ, ਕੱਪੜਾ ਹੋਏ, ਜੁੱਤਾ ਹੋਏ, ਹਰੇਕ ਚੀਜ਼ ਤੁਸੀਂ ਟੈਕਸ ਦਿੰਦੇ ਹੋ। ਸਰਕਾਰ ਪਹਿਲਾਂ ਤੁਹਾਡੇ ਤੋਂ ਪੈਸੇ ਲੈ ਲੈਂਦੀ ਹੈ, ਤੇ ਜੇ ਸਰਕਾਰ ਉਸ ਵਿੱਚੋਂ ਲੋਕਾਂ ਨੂੰ ਕੁਝ ਦਿੰਦੀ ਹੈ ਤਾਂ ਮੁਫਤੀਆਂ ਰਿਓੜੀਆਂ ਕਿਵੇਂ ਹੋਈਆਂ? ਪਰ ਇਹਨਾਂ ਨੂੰ ਉਹ ਮੁਫਤੀਆਂ ਰਿਓੜੀਆਂ ਲੱਗਦੀਆਂ। ਔਰ ਇਹ ਜਿਹੜਾ ਚਾਹੂੰਗਾ ਆਪਾਂ ਪੁਆਇੰਟ ਤੇ ਰਹੀਏ ਸਰ, ਮੈਂ ਆਰਪੀਐਸ ਜੀ ਤੁਸੀਂ ਅਗਰ ਪੁਆਇੰਟ ਦੇ ਉੱਪਰ ਰਹਿ ਸਕੀਏ, ਮੈਂ ਤਾਂ ਸਿੱਧਾ ਪੁੱਛ ਰਿਹਾ ਵਿਰੋਧ ਕਿਉਂ ਹੈ? ਤੁਸੀਂ ਦੱਸੋ ਕਿ ਵਿਰੋਧ ਕਿਉਂ ਹੈ, ਕਿਉਂ ਪੰਜਾਬ ਸਰਕਾਰ ਜਾਂ ਆਮ ਆਦਮੀ ਪਾਰਟੀ ਵਿਰੋਧ ਕਰ ਰਹੀ ਹੈ? गौरव जी, सिर्फ आम आदमी पार्टी विरोध नहीं कर रही है, पूरा देश विरोध कर रहे हैं, सारे किसान विरोध कर रहे हैं, जनता विरोध कर रही है, सारियां पॉलिटिकल पार्टीज विरोध कर रही हैं। सिर्फ आम आदमी पार्टी विरोध नहीं कर रही। नहीं, चलो बाकियों तो मैं पूछांगा सर, मैं तो इस करके सरकार, पंजाब सरकार दा रिएक्शन पूछना चाहना है कि क्यों विरोध है, किहड़े पॉइंट ते विरोध है तुहानू? विरोध इसलिए है कि लोग विरोधी है, किसान विरोधी है। तुसी देखो कि स्टेट्स अपनी बिजली पैदा करती हैं, आप डिस्ट्रीब्यूट करती हैं, आप लोगों को सहूलत दे रही हैं, तो लोगों तो कोई स्टेट्स तो कोई सलाह नहीं लिखती गई, कोई कंसल्ट नहीं किया गया। चाहे कंकरेंट लिस्ट का मामला है, सरकारां तो स्टेट गवर्नमेंट तो पूछना बनता कि नहीं बनता। और इन्होंने तानाशाही रवैया अपनाते हुए वन साइडेड डिसीजन लैके कानून ले आए हैं। ठीक है, चलो मैं रिएक्शन लेना, तुहाडा पॉइंट बहुत क्लीयर है। ਤੁਹਾਡਾ ਪੁਆਇੰਟ ਕਲੀਅਰ ਹੈ ਕਿ ਜਦੋਂ ਸੂਬਿਆਂ ਦੇ ਨਾਲ ਸਿੱਧਾ ਜੁੜਿਆ ਹੋਇਆ ਮਾਮਲਾ ਹੈ ਤਾਂ ਫਿਰ ਉਹਨਾਂ ਦੇ ਨਾਲ ਗੱਲ ਕਿਉਂ ਨਹੀਂ? ਸੁਭਾਸ਼ ਜੀ ਦੇਖੋ, ਮੈਂ ਮਲਹੋਤਰਾ ਸਾਹਿਬ ਦਾ ਜਵਾਬ ਦੇ ਦਿਆਂ। ਇਹ ਐਕਟ ਅਮੈਂਡਮੈਂਟ ਆਈ ਹੈ, ਕੋਈ ਨਵਾਂ ਐਕਟ ਨਹੀਂ ਆਇਆ। ਇਹ ਐਕਟ ਜਿਹੜਾ ਹੈ ਹਿੰਦੁਸਤਾਨ 'ਚ 2001 ਤੋਂ ਬਣਿਆ ਹੋਇਆ ਹੈ। ਪਿਛਲੇ 21 ਸਾਲ ਤੋਂ ਕਾਨੂੰਨ ਆਲਰੇਡੀ ਬਣਿਆ ਹੈ, ਦੇਸ਼ ਦੀ ਪਾਰਲੀਮੈਂਟ ਨੇ ਬਣਾਇਆ ਹੈ। ਅਸੀਂ ਤਾਂ ਸਿਰਫ ਉਹਦੇ ਕੁਝ ਮਦਾਂ 'ਚ ਅਮੈਂਡਮੈਂਟ ਲੈ ਕੇ ਆਏ ਹਾਂ। ਇਹਨਾਂ ਨੇ ਆਪ ਹੀ ਕਹਿਤਾ ਕਨਕਰੈਂਟ ਲਿਸਟ ਹੈ, ਕਨਕਰੈਂਟ ਲਿਸਟ 'ਚ ਕੇਂਦਰ ਕੋਲੇ ਕਾਨੂੰਨ ਬਣਾਉਣ ਦਾ ਅਧਿਕਾਰ ਸੀ, ਤਾਂ ਹੀ ਪਿਛਲੇ 21 ਸਾਲ ਤੋਂ ਇਹ ਕਾਨੂੰਨ ਦੇਸ਼ 'ਚ ਲਾਗੂ ਹੈ, ਕਿਸੇ ਨੇ ਇਹਨੂੰ ਚੈਲੰਜ ਨਹੀਂ ਕੀਤਾ। ਹੁਣ ਤਾਂ ਕੁਝ ਅਮੈਂਡਮੈਂਟਸ ਆਈਆਂ ਹੈ, ਉਹਨਾਂ ਅਮੈਂਡਮੈਂਟਸ ਨੂੰ ਲਿਆਉਣ ਦਾ ਪੂਰਾ ਕੇਂਦਰ ਦਾ ਅਧਿਕਾਰ ਹੈ, ਸਟੇਟਾਂ ਕੋਲੇ ਅਧਿਕਾਰ ਹੈ ਕਿ ਉਹਨੂੰ ਅੱਗੇ ਕਿਸ ਪ੍ਰਕਾਰ ਨਾਲ ਲਾਗੂ ਕਰਨਾ ਹੈ। ਦੇਖੋ, ਇਹਨਾਂ ਨੇ ਜ਼ਿਕਰ ਕੀਤਾ, ਮੈਂ ਇਸ ਗੱਲ ਦਾ ਜਵਾਬ ਦੇ ਦਿਆਂ। ਮਲਹੋਤਰਾ ਜੀ ਨੂੰ ਪਤਾ ਨਹੀਂ, ਮੈਂ ਫਿਰ ਪਹਿਲਾਂ ਦਾ ਸਵਾਲ ਜ਼ਰੂਰ ਦੁਹਰਾਊਂਗਾ ਕਿ ਜਿਹੜੇ ਵੀ ਮੇਰੇ ਵਿਰੋਧੀ ਪਾਰਟੀ ਦੇ ਲੋਕ ਵਿਰੋਧ ਕਰ ਰਹੇ ਨੇ, ਮੈਂ ਬਿੱਲ ਲੈ ਕੇ ਆਇਆ, ਉਹ ਜ਼ਰੂਰ ਮੈਨੂੰ ਪੜ੍ਹ ਕੇ ਸੁਣਾਉਣ ਕਿ ਕਿਹੜੇ ਕਲੌਜ਼ ਦੇ ਨਾਲ ਪੰਜਾਬ ਦਾ, ਕਿਹੜੇ ਕਲੌਜ਼ ਜਿਹੜੇ ਸਟੇਕ ਹੋਲਡਰਸ ਨੇ ਉਹਨਾਂ ਨਾਲ ਗੱਲਬਾਤ ਨਹੀਂ ਹੋਣੀ ਚਾਹੀਦੀ। ਮੈਂ ਉਹੀ ਕਹਿ ਰਿਹਾ ਨਾ, ਗੱਲਬਾਤ ਮੈਂ ਤੁਹਾਨੂੰ ਪਹਿਲਾਂ ਦੱਸਿਆ 2015 'ਚ ਬਿੱਲ ਪਹਿਲੀ ਵਾਰੀ ਆਇਆ ਪਾਰਲੀਮੈਂਟ 'ਚ। ਉਸ ਤੋਂ ਪਹਿਲਾਂ ਪਾਵਰ ਮਿਨਿਸਟਰੀ ਨੇ ਸਾਰੇ ਸਟੇਕ ਹੋਲਡਰਸ ਨਾਲ ਕੰਸਲਟੇਸ਼ਨ ਕੀਤੀ,
फिर बिल जो पार्लीमेंट ਦੇ ਰੱਖਿਆ ਗਿਆ ਹਾਊਸ 'ਚ ਫਿਰ ਸਟੈਂਡਿੰਗ ਕਮੇਟੀ ਕੋ ਗਿਆ ਉਸ ਸਟੈਂਡਿੰਗ ਕਮੇਟੀ 'ਚ ਵੀ ਬਾਕੀ ਪਾਰਟੀਆਂ ਦੇ ਲੋਕ ਸੀ ਸਟੈਂਡਿੰਗ ਕਮੇਟੀ ਨੇ ਫਿਰ ਉੱਤੇ ਗੱਲਬਾਤ ਕੀਤੀ ਪਿਛਲੇ 7 ਸਾਲ ਤੋਂ ਆਲਰੇਡੀ ਕੰਸਲਟੇਸ਼ਨਸ ਚੱਲ ਰਹੀਆਂ ਪਾਰਲੀਮੈਂਟਰੀ ਕਮੇਟੀ 'ਚ ਵੀ ਇੱਕ ਵਾਰੀ ਜਾ ਚੁੱਕਿਆ ਸਟੈਂਡਿੰਗ ਕਮੇਟੀ 'ਚ ਇਹ ਦੁਬਾਰਾ ਇੰਟਰੋਡਿਊਸ ਹੋਇਆ ਇਸ ਕਰਕੇ ਜੇ ਇਹਨਾਂ ਨੇ ਨਹੀਂ ਪੜਿਆ ਜਾਂ ਇਹਨਾਂ ਨੂੰ ਨਹੀਂ ਪਤਾ ਤਾਂ ਮਤਲਬ ਇਹ ਨਹੀਂ ਕਿ ਕੰਸਲਟੇਸ਼ਨ ਨਹੀਂ ਹੋਈ ਜਿਹੜੀ ਦੂਜੀ ਗੱਲ ਤੇ ਮੈਂ ਆਣ ਲੱਗਾ ਮਲਹੋਤਰਾ ਜੀ ਜ਼ਰੂਰ ਜਵਾਬ ਦੇਣ ਇਹਨਾਂ ਨੂੰ ਸ਼ਾਇਦ ਪਤਾ ਹੀ ਨਹੀਂ ਹੋਏਗਾ ਇਹ ਕਰ ਰਹੇ ਪ੍ਰਾਈਵੇਟ ਘਰਾਣੇ ਦਿੱਲੀ ਦੇ ਅੰਦਰ ਆਲਰੇਡੀ ਜਿਹੜੀ डिस्ट्रीब्यूशन का काम है प्राइवेट घराने कर रहे हैं मल्होत्रा साहब अनिल अंबानी की कंपनी BSES ते टाटा पावर ये दो प्राइवेट कंपनियां शीला दीक्षित जी दी टाइम तो ही सारा डिस्ट्रीब्यूशन का काम कर रही हैं और कल्ले दिल्ली च नहीं कर रहे हैं तुसीं प्राइवेट घराने करी जांदे हो कोलकाता च RPG ग्रुप कर रहा है जिथे ममता बनर्जी की सरकार है मुंबई च टाटा रिलायंस कर रहा है आगरा च टोरेंट ग्रुप कर रहा है उड़ीसा की पूरी डिस्ट्रीब्यूशन प्राइवेट कंपनियां कर रही हैं ये बेसिकली इस बिल का उद्देश्य की है प्राइवेट घराने तो ऑलरेडी डिस्ट्रीब्यूशन कर रहे हैं ਤੁਹਾਡੇ ਦਿੱਲੀ 'ਚ ਕਰ ਰਹੇ ਨੇ 8 ਸਾਲ ਤੋਂ ਤੁਹਾਡੀ ਦਿੱਲੀ 'ਚ ਸਰਕਾਰ ਹੈ ਉੱਥੇ ਪ੍ਰਾਈਵੇਟ ਡਿਸਟ੍ਰੀਬਿਊਸ਼ਨ ਹੁੰਦੀ ਕਿਉਂ ਨਹੀਂ ਬੰਦ ਕੀਤਾ ਟਾਟਾ ਪਾਵਰ BSS ਨੂੰ ਹਟਾਓ ਉੱਥੇ ਸਟੇਟ ਓਨਡ ਕੰਪਨੀ ਲੈ ਕੇ ਆਓ ਡਿਸਟ੍ਰੀਬਿਊਸ਼ਨ ਲਈ ਕਿ ਤੁਹਾਨੂੰ ਪਤਾ ਨਹੀਂ ਇਸ ਕਰਕੇ ਤੁਸੀਂ ਬੋਲੋਗੇ ਨਹੀਂ ਅਸਲੀ ਮੁੱਦਾ ਕੀ ਹੈ ਇਸ ਬਿੱਲ ਦੇ ਮਾਧਿਅਮ ਨਾਲ ਇਹ ਗੱਲ ਆਈ ਹੈ ਕਿ ਪ੍ਰਾਈਵੇਟ ਘਰਾਨੇ ਤੇ ਆਲਰੇਡੀ ਕਰ ਰਹੇ ਆ ਜੀ ਹੁਣ ਕੀ ਸੀ ਕਿ ਕੋਈ ਇੱਕ ਏਰੀਆ ਕਿਸੇ ਪ੍ਰਾਈਵੇਟ ਕਾਰਪੋਰੇਸ਼ਨ ਕੋਲ ਆ ਮੰਨ ਲੈ ਡਿਸਟ੍ਰੀਬਿਊਸ਼ਨ ਲਈ ਦਿੱਲੀ ਦਾ ਉਦਾਹਰਨ ਲੈ ਲਈਏ ਦਿੱਲੀ 'ਚ ਦੋ ਕੰਪਨੀਆਂ ਡਿਸਟ੍ਰੀਬਿਊਟ ਕਰ ਰਹੀਆਂ ਉਹਨਾਂ ਨੂੰ ਏਰੀਆ ਵੰਡਿਆ ਇਹ ਬਿੱਲ ਇਸ ਗੱਲ ਦਾ ਪ੍ਰੋਵੀਜ਼ਨ ਬਣਾਉਂਦਾ ਹੈ ਕਿ ਉੱਥੇ ਹੁਣ ਦੂਜੀ ਕੰਪਨੀ ਵੀ ਆ ਸਕਦੀ ਆ ताकि कंपटीशन हो नहीं कि टाटा पावर एक एरिया च लाके बैठी है और जो मर्जी करी जाए अगर दूसरी कंपनी आएगी कंपटीशन होएगा ग्राहक ਨੂੰ ਨਹੀਂ ਪਸੰਦ ਹੋਏਗੀ ਟਾਟਾ ਪਾਵਰ ਦੀ ਅੱਛਾ ਮੈਂ ਸੌਖੇ ਸ਼ਬਦਾਂ ਚ ਸਮਝਾਂ ਕਿ ਜਿਵੇਂ ਮੈਂ ਮੋਬਾਈਲ ਦਾ ਮੋਬਾਈਲ ਦਾ ਜੇ ਕਨੈਕਸ਼ਨ ਲੈ ਰਿਹਾ ਤੁਸੀਂ ਇਹ ਕਹਿ ਰਹੇ ਹੋ ਕਿ ਜੇ ਮੈਨੂੰ 에ਅਰਟੈਲ ਦਾ ਪਸੰਦ ਹੈ ਮੈਂ ਉਹ ਲਵਾਂ ਜੇ ਮੈਨੂੰ ਜੀਓ ਪਸੰਦ ਹੈ ਮੈਂ ਉਹ ਲਵਾਂ ਉਹਦੇ ਨਾਲ ਕੰਪੀਟੀਸ਼ਨ ਵਧੇਗਾ ਪ੍ਰਾਈਸ ਘਟਣਗੇ ਐਫੀਸ਼ੀਐਂਸੀ ਵਧੇਗੀ ਪ੍ਰਾਈਵੇਟ ਘਰਾਣੇ ਤਾਂ ਆਲਰੇਡੀ ਹੈ ਦਿੱਲੀ 'ਚ ਬੈਠੇ ਹੈ ਠੀਕ ਹੈ ਮੈਂ ਰਿਐਕਸ਼ਨ ਲੈਣਾ ਸਰ ਛੋਟਾ ਮੈਂ ਬਾਕੀ ਮਹਿਮਾਨਾਂ ਨੂੰ ਵੀ ਐਡ ਕਰਨਾ RPS ਜੀ ਛੋਟਾ ਜਿਹਾ ਰਿਐਕਸ਼ਨ ਰੱਖਿਓ ਸਰ ਪਲੀਜ਼ ਹਾਂ ਇਹ ਕਹਿੰਦੇ ਪ੍ਰਾਈਸ ਘਟੇਗਾ ਇੱਕ ਉਹ ਜੀਓ ਨਾਂ ਦੀ ਕੰਪਨੀ ਵੀ ਆਈ ਸੀ ਜਿਸਨੇ ਪਹਿਲਾਂ ਪ੍ਰਾਈਸ ਘਟਾਤੇ ਸੀ ਤੇ ਉਸ ਤੋਂ ਬਾਅਦ ਹੱਲੇ ਵੀ ਹਿੰਦੁਸਤਾਨ ਸਭ ਤੋਂ ਸਸਤਾ ਇੰਟਰਨੈਟ ਮਿਲ ਰਿਹਾ ਕੰਪੀਟੀਸ਼ਨ ਦੇ ਕਰਕੇ ਹੱਲੇ ਵੀ ਹਿੰਦੁਸਤਾਨ ਦੁਨੀਆ ਸਭ ਤੋਂ ਸਸਤਾ ਇੰਟਰਨੈਟ ਦੇ ਰਿਹਾ ਜਿਹੜੀ ਫੀਲਡ ਵਿੱਚ ਸਭ ਤੋਂ ਸਸਤਾ 4G ਐਂਟਰ ਪਲੀਜ਼ ਲੈਟ ਮੀ ਸਪੀਕ ਨਾਓ ਜਿਹੜੀ ਫੀਲਡ ਵਿੱਚ ਉਹ ਐਂਟਰ ਕਰਦੇ ਆ ਪਹਿਲਾਂ ਉਹ ਰੇਟ ਘਟਾ ਜਾਂਦੇ ਨੇ और उस तो बाद रेट पूरी तरह चक देंदे हैगे हैं ऑलरेडी एंटर्ड ने सर यही तो कह रहे हैं हुन मोनोपोली है प्लीज ऑलरेडी एंटर्ड ने दिल्ली च टाटा ऑलरेडी एंटर्ड है अनिल अंबानी ऑलरेडी बेच रहा है लेट मी फिनिश ਜਿਹੜੀਆਂ ਤੁਸੀਂ ਪ੍ਰਾਈਵੇਟ ਕੰਪਨੀਆਂ ਦੀ ਗੱਲ ਕਰ ਰਹੇ ਹੋ ਸਰ ਉਹ ਬਹੁਤ ਮਾਮੂਲੀ ਨੇ ਬਹੁਤ ਥੋੜੀ ਪਰਸੈਂਟੇਜ ਹੈ ਦਿੱਲੀ ਦੀ ਡਿਸਟ੍ਰੀਬਿਊਸ਼ਨ ਦੋ ਹੀ ਕੰਪਨੀਆਂ ਕੋਲੇ ਹੈ ਤੁਹਾਨੂੰ ਪਤਾ ਹੀ ਨਹੀਂ ਫਿਰ ਪੂਰੀ ਦਿੱਲੀ ਦੀ ਡਿਸਟ੍ਰੀਬਿਊਸ਼ਨ ਦੋ ਪ੍ਰਾਈਵੇਟ ਕੰਪਨੀਆਂ ਕਰ ਰਹੀਆਂ ਦਿੱਲੀ ਸਰਕਾਰ ਡਿਸਟ੍ਰੀਬਿਊਸ਼ਨ 'ਚ ਨਹੀਂ ਹੈ ਦਿੱਲੀ ਸਰਕਾਰ ਦੀ ਕੰਪਨੀ ਡਿਸਟ੍ਰੀਬਿਊਸ਼ਨ ਨਹੀਂ ਕਰ ਰਹੀ ਤੁਸੀਂ ਦੋ ਕੰਪਨੀਆਂ ਨੂੰ ਦੇ ਕੇ ਰੱਖਣਾ ਚਾਹੁੰਦੇ ਹੋ ਅਸੀਂ ਚਾਹੁੰਦੇ ਹਾਂ 5 ਹੋਰ ਆਣ 10 ਹੋਰ ਆਣ ਤਾਂ ਕਿ ਕੰਪੀਟੀਸ਼ਨ ਵਧੇ ਤੁਸੀਂ ਮੋਨੋਪੋਲੀ ਬਣਾ ਕੇ ਰੱਖਣਾ ਚਾਹੁੰਦੇ ਹੋ ਆਪਾਂ ਜਵਾਬ ਲੈ ਲਈਏ ਕੰਪੀਟੀਸ਼ਨ ਬਣਾ ਕੇ ਰੱਖਣਾ ਚਾਹੁੰਦੇ RPS ਜੀ ਤੁਸੀਂ ਮੋਨੋਪੋਲੀ ਬਣਾ ਕੇ ਰੱਖਣਾ ਨਹੀਂ RPS ਸੁਣਨ ਨੂੰ ਤਾਂ ਠੀਕ ਲੱਗ ਰਿਹਾ ਨਾ ਕਿ ਜਦੋਂ ਮੈਨੂੰ ਜਿੱਥੋਂ ਸਸਤੀ ਮਿਲ ਰਹੀ ਹੋਏਗੀ ਬਿਜਲੀ ਮੈਂ ਉੱਥੋਂ ਲੈ ਲਵਾਂਗਾ ਇਹ ਸੁਣਨ ਨੂੰ ਠੀਕ ਲੱਗ ਰਿਹਾ BSS ਨੂੰ ਹਟਾ ਦਿਓ ਤੁਸੀਂ ਦਿੱਲੀ ਦੀ ਸਟੇਟ ਕੰਪਨੀ ਬਣਾਓ ਫਿਰ ਜੇ ਤੁਹਾਨੂੰ ਪ੍ਰਾਈਵੇਟ ਲੇਕਿਨ ਦੇਸ਼ ਵਿੱਚ ਤੁਸੀਂ ਦੋ ਕੰਪਨੀਆਂ ਨੂੰ ਦੇ ਕੇ ਰੱਖਣਾ ਚਾਹੁੰਦੇ ਹੋ ਅਸੀਂ 10 ਹੋਰ ਲੈ ਕੇ ਚਲੋ ਇੱਕ ਵਾਰੀ ਉਹਨਾਂ ਨੂੰ ਕੰਪਲੀਟ ਕਰ ਲੈਣ ਦਿਓ RPS ਹੀ ਕੰਪਲੀਟ ਕਰ ਲਓ ਤੁਸੀਂ ਮੈਜੋਰਟੀ ਕੰਪਨੀਆਂ ਜਿਹੜੀਆਂ ਦੇਸ਼ ਦੇ ਵਿੱਚ ਮੈਜੋਰਟੀ ਕੰਪਨੀਆਂ ਜਿਹੜੀਆਂ ਉਹ ਸਰਕਾਰੀ ਹੈਗੀਆਂ ਜਿਹੜੀਆਂ ਡਿਸਟ੍ਰੀਬਿਊਟ ਕਰ ਰਹੀਆਂ ਔਰ ਜਿਹੜਾ ਤੁਹਾਡੀ ਸਰਕਾਰ ਤੇ ਦਿੱਲੀ 'ਚ ਤੁਸੀਂ ਬਾਕੀ ਗੱਲ ਕਿਉਂ ਕਰ ਰਹੇ ਹੋ ਇੱਕ ਮਿੰਟ ਪਲੀਜ਼ आप फिलहाल तो दिल्ली से कर रहे हो पढ़े लिखे बंदे हो ਤੁਹਾਡੀ ਆਵਾਜ਼ ਨਹੀਂ ਲੈ ਕੇ ਆਏ ਹੈਗੇ RPS ਜੀ ਕਲੀਅਰ ਨਹੀਂ ਆ ਰਹੀ ਆਵਾਜ਼ ਤੁਹਾਨੂੰ ਥੋੜਾ ਜਿਹਾ ਸਲੋ ਬੋਲਣਾ ਹੋਏਗਾ ਤਾਂ ਕਿ ਲੋਕਾਂ ਤੱਕ ਗੱਲ ਪਹੁੰਚ ਸਕੇ ਇਹਨਾਂ ਨੂੰ ਚੁੱਪ ਕਰਾਓ ਨਾ ਪੜ੍ਹੇ ਲਿਖੇ ਬੰਦੇ ਇਸ ਤਰ੍ਹਾਂ ਡਿਬੇਟ ਕਰਨ ਠੀਕ ਹੈ ਤੁਸੀਂ ਆਪਣੀ ਗੱਲ ਕੰਪਲੀਟ ਕਰ ਲਓ ਸਰ ਹਾਂ ਜਿਹੜੇ ਖਤਰਨਾਕ ਕਲੌਜ਼ਸ ਇਹ ਲੈ ਕੇ ਆਏ ਹੈਗੇ ਆ ਇੱਕ ਤਾਂ ਇਹ ਫੈਸਿਲਿਟੇਟ ਕਰ ਰਹੇ ਆ ਪ੍ਰਾਈਵੇਟ ਪਲੇਅਰਸ ਦੀ ਐਂਟਰੀ ਨੂੰ ਦੂਸਰਾ ਜਿਹੜਾ ਆਟੋਮੈਟਿਕ ਗ੍ਰਾਂਟ ਆਫ ਲਾਇਸੈਂਸ ਕਿੰਨਾ ਖਤਰਨਾਕ ਇਹ ਕਲੌਜ਼ ਹੈਗਾ ਆਟੋਮੈਟਿਕ ਗ੍ਰਾਂਟ ਹੋ ਜਾਏਗਾ ਜੀ ਜੇ ਥੋੜਾ ਜਿਹਾ ਵੀ ਲੇਟ ਹੋ ਗਿਆ ਨਾ ਤਾਂ ਸਰਕਾਰ ਤੋਂ ਪੁੱਛਣਾ ਨਹੀਂ ਆਟੋਮੈਟਿਕ ਗ੍ਰਾਂਟ ਹੋ ਜਾਏਗਾ ਫਿਰ ਜਿਹੜਾ ਮਿਨੀਮਮ ਟੈਰਿਫ ਜਿਹੜਾ ਉਹ ਫਿਕਸ ਹੋ ਜਾਏਗਾ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਸਰਕਾਰ ਮੁਫਤ ਬਿਜਲੀ ਦੇ ਰਹੀ ਹੈ ਲੋਕਾਂ ਨੂੰ ਕਿਸਾਨਾਂ ਨੂੰ ਉਸ ਤੇ ਉਹ ਨਹੀਂ ਦੇ ਸਕਣਗੇ ਕਿਸਾਨਾਂ ਦਾ ਤੇ ਆਮ ਲੋਕਾਂ ਦਾ ਨੁਕਸਾਨ ਹੋਏਗਾ ਔਰ ਸਬਸਿਡੀ ਦੇ ਰਹੇ ਹੋ ਤੁਸੀਂ ਟੈਰਿਫ ਨਹੀਂ ਘਟਾ ਰਹੇ ਯੂ ਆਰ ਗਿਵਿੰਗ ਸਬਸਿਡੀ ਡੋਨਟ ਮਿਸਗਾਈਡ ਦ ਪੀਪਲ ਯੂ ਆਰ ਨਾਟ ਰਿਡਿਊਸਿੰਗ ਦ ਟੈਰਿਫ ਯੂ ਆਰ ਗਿਵਿੰਗ ਸਬਸਿਡੀ ਓਨਲੀ ਟੈਰਿਫ ਉਨਾ ਹੀ ਹੈ ਪੈਸੇ ਸਰਕਾਰ ਦੇ ਰਹੀ ਹੈ ਮੇਰੇ ਟੈਕਸ ਪੇਅਰ ਦੇ ਪੈਸੇ ਤੋਂ ਕੰਪਨੀਆਂ ਨੂੰ ਦੇ ਰਹੇ ਹੋ ਕੰਪਨੀਆਂ ਦਾ ਰੇਟ ਨਹੀਂ ਘਟਾ ਰਹੇ ਕੰਪਨੀਆਂ ਨੂੰ ਉਨੇ ਹੀ ਪੈਸੇ ਦੇ ਰਹੇ ਹੋ ਤੁਸੀਂ ਫਿਕਸ ਕਰਨਾ ਚਾਹੁੰਦੇ ਹੋ ਟੈਕਸ ਪੇਅਰ ਦਾ ਪੈਸਾ ਕੰਪਨੀਆਂ ਨੂੰ ਉਨਾ ਹੀ ਦੇ ਰਹੇ ਹੋ ਚਲੋ ਮੈਂ ਇੱਕ ਪੁਆਇੰਟ ਠੀਕ ਹੈ RPS ਜੀ ਥੋੜਾ ਜਿਹਾ ਹੋਲਡ ਕਰਿਓ RPS ਜੀ ਔਰ ਸ਼ਰਮਾ ਜੀ ਤੁਸੀਂ ਥੋੜਾ ਜਿਹਾ ਮੈਂ ਸਰ ਤੁਹਾਡੇ ਕੋਲ ਆਣਾ ਸਰ ਇੱਕ ਮਿੰਟ ਦੀ ਗੱਲ ਕਰ ਰਹੇ ਹੋ ਜੀ RPS ਜੀ ਮੈਨੂੰ ਥੋੜਾ ਜਿਹਾ ਟਾਈਮ ਦਿਓ ਇੱਕ ਵਾਰੀ ਮੈਂ ਸਾਰੇ ਮਹਿਮਾਨਾਂ ਨੂੰ ਐਡ ਕਰ ਲਾਂ ਬਹੁਤ ਦੇਰ ਦੇ ਇੰਤਜ਼ਾਰ ਕਰ ਰਹੇ ਨੇ